ਵੀਵੀਪੈਟ ਜਾਂ ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ EVM ਸੈਟਅਪ ਦਾ ਇੱਕ ਨਵਾਂ ਭਾਗ ਹੈ। ਇਸ ਦੇ ਦੋ ਹਿੱਸੇ ਹਨ, ਵੀਵੀਪੈਟ ਮੇਨ ਬੋਡੀ ਅਤੇ ਕਨੈਕਟਡ ਵੀਵੀਪੈਟ ਡਿਸਪਲੇ ਯੂਨਿਟ। ਵੀਵੀਪੈਟ ਨੂੰ ਇਸ ਤਰ੍ਹਾਂ ਸ਼ੁਰੂ ਕਰਨਾ ਹੈ। ਲੌਕਿੰਗ ਲੈਚਸ ਨੂੰ ਖੋਲ ਦਿਓ। ਬੈਟਰੀ ਨੂੰ ਮਸ਼ੀਨ ਵਿੱਚ ਲਗਾ ਦਿਓ ਅਤੇ ਢੱਕਣ ਬੰਦ ਕਰ ਦਿਓ। ਪੇਪਰ ਰੋਲ ਕੰਪਾਰਟਮੈਂਟ ਨੂੰ ਖੋਲ ਦਿਓ। ਅਤੇ ਸਪਿੰਡਲ ਨੂੰ ਪੇਪਰ ਰੋਲ ਵਿੱਚ ਪਾ ਦਿਓ। ਸਪਿੰਡਲ ਨੂੰ ਹੁਣ ਆਪਣੀ ਜਗ੍ਹਾ ਤੇ ਲਗਾ ਦਿਓ। ਪੇਪਰ ਦੇ ਕਿਨਾਰੇ ਨੂੰ ਪੇਪਰ ਪਾਉਣ ਵਾਲੀ ਜਗ੍ਹਾ ਵਿੱਚ ਲਗਾ ਕੇ ਪੇਪਰ ਫੀਡ ਨੌਬ ਨੂੰ 4 ਵਾਰ ਘੜੀ ਦੀ ਸੂਈ ਦੀ ਦਿਸ਼ਾ ਵਿੱਚ ਘੁਮਾਓ। ਵੀਵੀਪੈਟ ਸਿਸਟਮ ਦੀ FLC DEO ਪੱਧਰ ਤੇ ਹੁੰਦੀ ਹੈ। ਇਹ ਜਾਂਚ BEL ਜਾਂ ECIL ਦੁਆਰਾ ਭੇਜੇ ਇੰਜੀਨੀਅਰਸ ਕਰਦੇ ਹਨ, ਜੋ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਹੁੰਦੀ ਹੈ। ਵੀਵੀਪੈਟ ਸਿਸਟਮ ਬੇਤਰਤੀਬੀ ਨਾਲ ਵੱਖ-ਵੱਖ ਹਲਕਿਆਂ ਦੇ RO ਨੂੰ ਸੌਂਪਿਆ ਜਾਂਦਾ ਹੈ। ਵੀਵੀਪੈਟਸ ਨੂੰ ਉਮੀਦਵਾਰਾਂ ਦੀ ਫਾਈਨਲ ਲਿਸਟ ਆਉਣ ਤੋਂ ਬਾਅਦ RO ਪੱਧਰ ਤੇ ਚੋਣ ਲਈ ਤਿਆਰ ਕੀਤਾ ਜਾਂਦਾ ਹੈ। ਉਮੀਦਵਾਰਾਂ ਦੇ ਸੀਰੀਅਲ ਨੰਬਰ, ਨਾਮ ਅਤੇ ਚੋਣ ਨਿਸ਼ਾਨ ਨੂੰ ਨੋਟਾ ਯਾਨੀ ਨਨ ਆਫ ਦੀ ਅਬਵ ਦੇ ਨਿਸ਼ਾਨ ਸਮੇਤ ਵੀਵੀਪੈਟ ਵਿੱਚ BEL ਜਾਂ ECIL ਦੇ ਇੰਜੀਨੀਅਰਸ ਦੁਆਰਾ ਅਪਲੋਡ ਕੀਤਾ ਜਾਂਦਾ ਹੈ। RO ਆਫਿਸ ਵਿੱਚ ਵੀਵੀਪੈਟ ਦੇ ਸਹੀ ਚੱਲਣ ਦੀ ਜਾਂਚ ਕਰਨਾ ਜ਼ਰੂਰੀ ਹੈ। ਜਾਂਚ ਲਈ CU, BU ਅਤੇ ਵੀਵੀਪੈਟ ਨੂੰ ਤਾਰਾਂ ਨਾਲ ਕਨੈਕਟ ਕਰੋ। ਸਵਿਚ ਔਨ ਕਰਨ ਤੋਂ ਬਾਅਦ ਵੀਵੀਪੈਟ ਸੈਲਫ ਟੈਸਟਿੰਗ ਸਲਿੱਪ ਪ੍ਰਿੰਟ ਕਰੇਗਾ। ਇਸ ਤੋਂ ਬਾਅਦ ਮੌਕ ਪੋਲ ਕਰਵਾਓ ਅਤੇ ਨਿਸ਼ਚਿਤ ਕਰੋ ਕਿ ਪ੍ਰਿੰਟ ਸਲਿੱਪ ਉੱਤੇ ਦਾ ਡੇਟਾ ਦਬਾਏ ਗਏ ਬਟਨ ਨਾਲ ਮੇਲ ਖਾ ਰਿਹਾ ਹੈ। ਸਾਰੇ ਬਟਨ ਨੂੰ ਦਬਾ ਕੇ ਚੈੱਕ ਕਰੋ, ਨੋਟਾ ਸਮੇਤ। CU ਡੇਟਾ ਅਤੇ ਵੀਵੀਪੈਟ ਡੇਟਾ ਚੁਣੇ ਗਏ ਉਮੀਦਵਾਰਾਂ ਨਾਲ ਮੇਲ ਖਾਣਾ ਚਾਹੀਦਾ ਹੈ। ਪੂਰੀ ਸੰਤੁਸ਼ਟੀ ਕਰਨ ਤੋਂ ਬਾਅਦ CU ਨੂੰ ਸਵਿਚ ਆਫ ਕਰਕੇ ਸਭ ਤਾਰਾਂ ਨੂੰ ਡਿਸਕਨੈਕਟ ਕਰ ਦਿਓ ਅਤੇ CU 'ਚ ਦਿਖ ਰਹੇ ਮੌਕ ਪੋਲ ਦਾ ਰਿਜ਼ਲਟ ਵੀਵੀਪੈਟ ਦੀ ਸਲਿੱਪ ਨਾਲ ਮੈਚ ਕਰੋ। ਵੀਵੀਪੈਟ ਨਾਲ ਚੋਣ ਤੋਂ ਪਹਿਲਾਂ ਡ੍ਰੌਪ ਬਾਕਸ ਕੰਪਾਰਟਮੈਂਟ ਨੂੰ PRO ਦੁਆਰਾ ਸੀਲ ਕੀਤਾ ਜਾਵੇਗਾ। ਚੋਣ ਦੇ ਦੌਰਾਨ ਵੀਵੀਪੈਟ ਯੂਨਿਟ ਨੂੰ BU ਦੇ ਨਾਲ ਅਤੇ VSDU ਨੂੰ CU ਦੇ ਨਾਲ ਰੱਖਿਆ ਜਾਵੇਗਾ। ਵੀਵੀਪੈਟ ਨੂੰ ਇਸ ਤਰ੍ਹਾਂ ਸੈਟਅਪ ਕਰੋ। ਚੋਣ ਦੇ ਦੌਰਾਨ ਵੋਟ ਪਾਏ ਜਾਣ ਤੇ ਵੀਵੀਪੈਟ ਵਿੱਚ 7 ਸੈਕਿੰਡ ਲਈ ਸਲਿੱਪ ਦਿਖੇਗੀ, ਜਿਸ ਰਾਹੀਂ ਪਾਈ ਗਈ ਵੋਟ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। 7 ਸੈਕਿੰਡ ਬਾਅਦ ਸਲਿੱਪ ਆਪਣੇ ਆਪ ਕੱਟ ਕੇ ਵੀਵੀਪੈਟ ਬਾਕਸ ਵਿੱਚ ਗਿਰ ਜਾਏਗੀ। ਇਸ ਤਰ੍ਹਾਂ ਮਤਦਾਤਾ ਆਪਣੀ ਚੋਣ ਤਾਂ ਦੇਖ ਸਕਦਾ ਹੈ, ਪਰ ਸਲਿੱਪ ਘਰ ਨਹੀਂ ਲੈ ਜਾ ਸਕਦਾ। ਹੁਣ ਦੇਖਦੇ ਹਾਂ ਕਿ ਡਿਸਪਲੇ ਦਾ ਕੀ ਮਤਲਬ ਹੈ। ਜੇਕਰ VSDU ਤੇ ਕੁਝ ਲਿਖਿਆ ਨਹੀਂ ਆ ਰਿਹਾ ਅਤੇ ਲਿੰਕ ਐਰਰ ਲਿਖਿਆ ਆ ਰਿਹਾ ਹੈ ਤਾਂ ਸਾਰਾ ਸਿਸਟਮ ਬਦਲ ਦਿੱਤਾ ਜਾਵੇ। ਜੇਕਰ VSDU ਤੇ ਐਰਰ ਕੋਡ 1 ਲਿਖਿਆ ਆ ਰਿਹਾ ਹੈ ਤਾਂ ਬੈਟਰੀ ਲੋ ਹੈ ਅਤੇ ਬੈਟਰੀ ਬਦਲ ਦਿੱਤੀ ਜਾਵੇ। ਜੇਕਰ VSDU ਤੇ ਐਰਰ ਕੋਡ 2 ਲਿਖਿਆ ਆ ਰਿਹਾ ਹੈ ਤਾਂ ਪ੍ਰਿੰਟਰ ਵਿੱਚ ਦਿੱਕਤ ਹੈ, ਇਸ ਲਈ ਵੀਵੀਪੈਟ ਬਦਲ ਦਿੱਤਾ ਜਾਵੇ। CU ਦਾ ਬਟਨ ਆਫ ਰਹੇ ਜਦੋਂ ਪ੍ਰਿੰਟਰ ਜਾਂ ਬੈਟਰੀ ਬਦਲਣੀ ਹੈ ਜਾਂ ਤਾਰਾਂ ਕਨੈਕਟ ਜਾਂ ਡਿਸਕਨੈਕਟ ਕਰਨੀਆਂ ਹਨ। ਚੋਣ ਤੋਂ ਬਾਅਦ ਵੀਵੀਪੈਟ ਨੂੰ ਉਸ ਦੇ ਬਕਸੇ ਵਿੱਚ ਸੀਲ ਕਰ ਦਿੱਤਾ ਜਾਵੇ।
पोलिंग पार्टीज ਨੂੰ ਦਿੱਤੀ ਜਾਣ ਵਾਲੀ ਚੈਕਲਿਸਟ। ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ VVPAT 1 ਨੰਬਰ। VVPAT ਸਟੇਟਸ ਡਿਸਪਲੇ ਯੂਨਿਟ VSDU 1 ਨੰਬਰ। VVPAT ਪ੍ਰਿੰਟਰ ਦੀ ਫालतू ਬੈਟਰੀ 1 ਨੰਬਰ। VVPAT ਸਿਸਟਮ ਦਾ ਬਕਸਾ 1 ਨੰਬਰ। ਮੌਕ ਪੋਲ ਦੀ ਪ੍ਰਿੰਟਡ ਸਲਿਪਸ ਨੂੰ ਸੀਲ ਕਰਨ ਲਈ ਕਾਲਾ ਲਿਫਾਫਾ 2 ਨੰਬਰ। ਕਾਲੇ ਲਿਫਾਫੇ ਲਈ ਪਲਾਸਟਿਕ ਦਾ ਡੱਬਾ 1 ਨੰਬਰ। ਪਲਾਸਟਿਕ ਡੱਬੇ ਨੂੰ ਸੀਲ ਕਰਨ ਲਈ ਪਿੰਕ ਪੇਪਰ ਸੀਲ 2 ਨੰਬਰ। Form for declaration by elector under Rule 49MA of the Conduct of Election Rules 100 ਕਾਪੀਆਂ। ਪ੍ਰਿੰਟਡ ਪੇਪਰ ਸਲਿਪਸ ਦੀ ਗਿਣਤੀ ਲਈ ਫੈਸਲਾ। ਜੇਕਰ ਕੋਈ ਉਮੀਦਵਾਰ ਜਾਂ ਉਸ ਦਾ ਚੋਣ ਜਾਂ ਗਿਣਤੀ ਨੁਮਾਇੰਦਾ ਲਿਖਤ ਵਿੱਚ VVPAT ਦੁਆਰਾ ਪ੍ਰਿੰਟ ਕੀਤੀ ਸਲਿਪਸ ਦੀ ਗਿਣਤੀ ਲਈ ਹਲਕੇ ਦੇ RO ਨੂੰ ਅਰਜ਼ੀ ਦਿੰਦਾ ਹੈ ਤਾਂ RO ਆਪਣੀ ਮਰਜ਼ੀ ਨਾਲ ਉਸ ਅਰਜ਼ੀ ਨੂੰ ਭਾਗ ਕਰਕੇ ਜਾਂ ਸੰਪੂਰਨ ਰੂਪ ਵਿੱਚ ਮਨਜ਼ੂਰ ਜਾਂ ਖਾਰਿਜ ਕਰ ਸਕਦਾ ਹੈ, ਇਹ ਕਹਿ ਕੇ ਕਿ ਅਰਜ਼ੀ ਫਜ਼ੂਲ ਹੈ ਜਾਂ ਉਸ ਦਾ ਕੋਈ ਤੁਕ ਨਹੀਂ। RO ਲਿਖਤੀ ਵਿੱਚ ਸਪੀਕਿੰਗ ਆਰਡਰ ਪਾਸ ਕਰੇਗਾ ਕਿ ਪ੍ਰਿੰਟਡ ਪੇਪਰ ਸਲਿਪਸ ਦੀ ਗਿਣਤੀ ਕੀਤੀ ਜਾਵੇਗੀ ਜਾਂ ਨਹੀਂ। ਫੈਸਲਾ ਕਰਨ ਦੌਰਾਨ RO ਇਹ ਮੱਦੇਨਜ਼ਰ ਰੱਖੇਗਾ ਕਿ ਉਸ ਪੋਲਿੰਗ ਸਟੇਸ਼ਨ ਵਿੱਚ ਪਾਈ ਕੁੱਲ ਵੋਟਾਂ ਦੀ ਗਿਣਤੀ ਜਿੱਤੇ ਅਤੇ ਹਾਰੇ ਉਮੀਦਵਾਰਾਂ ਦੀ ਵੋਟਾਂ ਦੇ ਫਰਕ ਤੋਂ ਘੱਟ ਹੈ ਜਾਂ ਵੱਧ ਹੈ। EVM ਵਿੱਚ ਕੋਈ ਖਰਾਬੀ ਆਈ ਸੀ ਅਤੇ ਉਸ ਨੂੰ ਚੋਣ ਦੌਰਾਨ ਬਦਲਿਆ ਗਿਆ ਸੀ। VVPAT ਦੁਆਰਾ ਪੇਪਰ ਸਲਿਪ ਨਾ ਪ੍ਰਿੰਟ ਕੀਤੇ ਜਾਣ ਦੀ ਕੋਈ ਸ਼ਿਕਾਇਤ ਦਰਜ ਹੈ ਜਾਂ ਰੂਲ 49MA ਅੰਡਰ ਕਿਸੇ ਵੀ ਵੋਟਰ ਦੁਆਰਾ ਕੋਈ ਸ਼ਿਕਾਇਤ ਦਰਜ ਹੈ। RO ਲਿਖਤੀ ਵਿੱਚ ਆਪਣੇ ਫੈਸਲੇ ਦਾ ਕਾਰਨ ਦਰਜ ਕਰੇਗਾ। ਅੱਗੇ ਅਸੀਂ VVPAT ਪ੍ਰਿੰਟਡ ਪੇਪਰ ਸਲਿਪ ਦੀ ਗਿਣਤੀ ਦੀ ਵਿਧੀ ਦੇਖਾਂਗੇ। ਪ੍ਰਿੰਟਡ ਪੇਪਰ ਸਲਿਪਸ ਅਤੇ VVPAT ਨੂੰ ਸੀਲ ਕਰਨਾ ਅਤੇ ਸੰਭਾਲਣਾ। ਚੋਣ ਤੋਂ ਬਾਅਦ ਸਾਰੀਆਂ VVPAT ਪ੍ਰਿੰਟਡ ਸਲਿਪਸ ਚਾਹੇ ਉਹ ਗਿਣੀਆਂ ਗਈਆਂ ਹਨ ਜਾਂ ਨਹੀਂ, ਉਹਨਾਂ ਸਲਿਪਾਂ ਨੂੰ ਸੈਲਫ ਟੈਸਟਡ ਰਿਪੋਰਟ ਜੋ VVPAT ਦੇ ਡ੍ਰੌਪ ਬਾਕਸ ਵਿੱਚ ਹਨ, ਸਭ ਨੂੰ ਇਸ ਤਰ੍ਹਾਂ ਸੀਲ ਅਤੇ ਸੰਭਾਲਿਆ ਜਾਵੇ। ਐਡਰੈਸ ਟੈਗ ਨੂੰ ਹਟਾਓ। ਅਤੇ ਪੇਪਰ ਸਲਿਪਸ ਨੂੰ ਡ੍ਰੌਪ ਬਾਕਸ ਵਿੱਚੋਂ ਕੱਢ ਲਵੋ। ਧਿਆਨ ਰਹੇ ਕਿ ਕੋਈ ਵੀ ਪ੍ਰਿੰਟਡ ਸਲਿਪ VVPAT ਵਿੱਚ ਨਾ ਰਹਿ ਜਾਵੇ। ਸਾਰੀਆਂ ਕੱਢੀਆਂ ਗਈਆਂ ਪ੍ਰਿੰਟਡ ਸਲਿਪਸ ਨੂੰ ਕਾਲੇ ਲਿਫਾਫੇ ਵਿੱਚ ਪਾ ਦਿੱਤਾ ਜਾਵੇ। ਹੁਣ ਇਸ ਕਾਲੇ ਲਿਫਾਫੇ ਨੂੰ ਕਮਿਸ਼ਨ ਦੀ ਸੀਕ੍ਰੇਟ ਸੀਲ ਨਾਲ ਸੀਲ ਕਰ ਦਿੱਤਾ ਜਾਵੇ। ਲਿਫਾਫੇ ਉੱਤੇ ਇਲੈਕਸ਼ਨ ਦਾ ਨਾਮ, ਪਾਰਲੀਮੈਂਟਰੀ ਕਨਸਟੀਟੂਐਂਸੀ ਦਾ ਨਾਮ ਅਤੇ ਨੰਬਰ, ਅਸੈਂਬਲੀ ਸੈਗਮੈਂਟ ਦਾ ਨਾਮ ਅਤੇ ਨੰਬਰ, ਪੋਲਿੰਗ ਸਟੇਸ਼ਨ ਦਾ ਵੇਰਵਾ, CU ਅਤੇ VVPAT ਦਾ ਯੂਨੀਕ ਸੀਰੀਅਲ ਨੰਬਰ, ਚੋਣ ਦੀ ਤਰੀਕ, ਗਿਣਤੀ ਦੀ ਤਰੀਕ ਲਿਖੀ ਜਾਵੇ। ਇਹਨਾਂ ਕਾਲੇ ਲਿਫਾਫਿਆਂ ਨੂੰ ਖਾਸ ਪਲਾਸਟਿਕ ਡੱਬਿਆਂ ਵਿੱਚ ਰੱਖ ਕੇ ਪਿੰਕ ਪੇਪਰ ਸੀਲ ਨਾਲ ਇਸ ਤਰ੍ਹਾਂ ਸੀਲ ਕਰੋ ਕਿ ਬਿਨਾਂ ਸੀਲ ਖੋਲਿਆ ਡੱਬਾ ਖੋਲਿਆ ਨਾ ਜਾ ਸਕੇ। ਸੀਲ ਕਰਨ ਤੋਂ ਬਾਅਦ RO ਸੀਲ ਤੇ ਆਪਣੇ ਦਸਤਖਤ ਕਰੇਗਾ। ਡੱਬੇ ਉੱਤੇ ਇਲੈਕਸ਼ਨ ਦਾ ਨਾਮ, ਪਾਰਲੀਮੈਂਟਰੀ ਕਨਸਟੀਟੂਐਂਸੀ ਦਾ ਨਾਮ ਅਤੇ ਨੰਬਰ, ਅਸੈਂਬਲੀ ਸੈਗਮੈਂਟ ਦਾ ਨਾਮ ਅਤੇ ਨੰਬਰ, ਪੋਲਿੰਗ ਸਟੇਸ਼ਨ ਦਾ ਵੇਰਵਾ, CU ਅਤੇ VVPAT ਦਾ ਯੂਨੀਕ ਸੀਰੀਅਲ ਨੰਬਰ, ਚੋਣ ਦੀ ਤਰੀਕ, ਗਿਣਤੀ ਦੀ ਤਰੀਕ ਲਿਖੀ ਜਾਵੇ। ਇਹਨਾਂ ਪਲਾਸਟਿਕ ਡੱਬਿਆਂ ਨੂੰ ਇਲੈਕਸ਼ਨ ਦੇ ਕਾਨੂੰਨੀ ਦਸਤਾਵੇਜ਼ਾਂ ਨਾਲ ਰੱਖਿਆ ਜਾਵੇ ਜਦ ਤੱਕ ਇਲੈਕਸ਼ਨ ਪਟੀਸ਼ਨ ਭਰਨ ਦਾ ਸਮਾਂ ਖਤਮ ਨਹੀਂ ਹੋ ਜਾਂਦਾ ਜਾਂ ਕੰਪੀਟੈਂਟ ਕੋਰਟ ਦੁਆਰਾ ਇਲੈਕਸ਼ਨ ਪਟੀਸ਼ਨ ਦਾ ਨਿਪਟਾਰਾ ਨਹੀਂ ਹੋ ਜਾਂਦਾ ਹੈ। ਯਾਦ ਰਹੇ ਕਿ ਪਲਾਸਟਿਕ ਡੱਬਿਆਂ ਨੂੰ ਇਲੈਕਸ਼ਨ ਕਮਿਸ਼ਨ ਦੇ ਨਿਰਦੇਸ਼ ਤੋਂ ਬਿਨਾਂ ਖੋਲਿਆ ਜਾਂ ਤਬਾਹ ਨਹੀਂ ਕੀਤਾ ਜਾ ਸਕਦਾ। VVPAT ਦੀਆਂ ਪ੍ਰਿੰਟਡ ਪੇਪਰ ਸਲਿਪਾਂ ਦੀ ਗਿਣਤੀ। ROJ VVPAT
ਪ੍ਰਿੰਟਡ ਪੇਪਰ ਸਲਿਪਸ ਦੀ ਗਿਣਤੀ ਕਰਨ ਦਾ ਫੈਸਲਾ ਕਰਦਾ ਹੈ ਤਾਂ ਇਹ ਵਿਧੀ ਅਪਣਾਈ ਜਾਣੀ ਚਾਹੀਦੀ ਹੈ। ਅਜਿਹੇ ਪੋਲਿੰਗ ਸਟੇਸ਼ਨਸ ਦੀਆਂ ਵੀਵੀਪੈਟਸ ਗਿਣਤੀ ਵਾਲੇ ਟੇਬਲ ਜਾਂ ਟੇਬਲਸ ਤੇ ਲਿਆਂਦੀਆਂ ਜਾਣਗੀਆਂ। ਡ੍ਰੌਪ ਬਾਕਸ ਦੇ ਐਡਰੈਸ ਟੈਗ ਨੂੰ ਚੈੱਕ ਕਰੋ ਤਾਂ ਜੋ ਪਤਾ ਲੱਗ ਸਕੇ ਕਿ ਉਸੇ ਪੋਲਿੰਗ ਸਟੇਸ਼ਨ ਨਾਲ ਸੰਬੰਧਿਤ ਹੈ ਜਿਸ ਦੀਆਂ ਪ੍ਰਿੰਟਡ ਪੇਪਰ ਸਲਿਪਸ ਦੀ ਗਿਣਤੀ ਕਰਨ ਦਾ ਆਰਓ ਵੱਲੋਂ ਹੁਕਮ ਦਿੱਤਾ ਗਿਆ ਹੈ। ਇਸ ਪਿੱਛੋਂ ਐਡਰੈਸ ਟੈਗ ਹਟਾ ਕੇ ਡ੍ਰੌਪ ਬਾਕਸ ਵਿੱਚੋਂ ਪੇਪਰ ਸਲਿਪਸ ਕੱਢ ਲਓ। ਇਹ ਯਕੀਨੀ ਬਣਾ ਲਓ ਕਿ ਵੀਵੀਪੈਟ ਦੇ ਡ੍ਰੌਪ ਬਾਕਸ ਵਿੱਚ ਕੋਈ ਵੀ ਪ੍ਰਿੰਟਡ ਸਲਿਪ ਰਹਿ ਨਾ ਜਾਵੇ। ਸਾਰੇ ਕਾਊਂਟਿੰਗ ਏਜੰਟਸ ਨੂੰ ਵਿਖਾਓ ਕਿ ਵੀਵੀਪੈਟ ਵਿੱਚ ਕੋਈ ਵੀ ਪ੍ਰਿੰਟਡ ਪੇਪਰ ਸਲਿਪ ਨਹੀਂ ਹੈ। ਜੇ VOTING ਦੌਰਾਨ ਕੋਈ ਵੀਵੀਪੈਟ ਬਦਲਿਆ ਗਿਆ ਸੀ ਤਾਂ ਉਸ ਪੋਲਿੰਗ ਸਟੇਸ਼ਨ 'ਚ ਵਰਤੇ ਗਏ ਸਾਰੇ ਵੀਵੀਪੈਟ ਯੂਨਿਟਸ ਨੂੰ ਕਾਊਂਟਿੰਗ ਟੇਬਲ ਤੇ ਲਿਆਂਦਾ ਜਾਣਾ ਚਾਹੀਦਾ ਹੈ। ਅਜਿਹੇ ਹਰੇਕ ਵੀਵੀਪੈਟ ਯੂਨਿਟ ਲਈ ਉਕਤ ਦਰਸਾਏ ਸਾਰੇ ਕਦਮ ਚੁੱਕੇ ਜਾਣ। ਜੇ VOTING ਦੌਰਾਨ ਵੀਵੀਪੈਟ ਨੂੰ ਬਦਲਿਆ ਗਿਆ ਸੀ, ਪ੍ਰਿੰਟਡ ਪੇਪਰ ਸਲਿਪ ਚੰਗੀ ਤਰ੍ਹਾਂ ਨਾ ਕੱਟੀ ਗਈ ਹੋਵੇ ਅਤੇ ਫਸ ਗਈ ਹੋਵੇ, ਪੂਰੀ ਤਰ੍ਹਾਂ ਜਾਂ ਅੱਧੀ ਕੱਟੀ ਗਈ ਹੋਵੇ, ਵੀਵੀਪੈਟ ਦੀ ਟ੍ਰਾਂਸਪੈਰੈਂਟ ਵਿੰਡੋ ਤੋਂ ਦਿਖਾਈ ਦਿੰਦੀ ਹੋਵੇ ਤਾਂ ਅਜਿਹੀ ਫਸੀ ਹੋਈ ਅਣਕੱਟੀ ਪੇਪਰ ਸਲਿਪ ਗਿਣੀ ਨਹੀਂ ਜਾਣੀ ਚਾਹੀਦੀ। ਕਿਰਪਾ ਕਰਕੇ ਅਜਿਹੀ ਫਸੀ ਹੋਈ ਪੇਪਰ ਸਲਿਪ ਨੂੰ ਪਾੜਨ ਦੀ ਕੋਈ ਕੋਸ਼ਿਸ਼ ਨਾ ਕਰੋ। ਯਾਦ ਰਹੇ ਕਿ ਜਦੋਂ ਤੱਕ ਖੁਦ ਮਸ਼ੀਨ ਦੁਆਰਾ ਪ੍ਰਿੰਟਡ ਪੇਪਰ ਸਲਿਪ ਨੂੰ ਕੱਟਿਆ ਨਹੀਂ ਜਾਂਦਾ, ਉਦੋਂ ਤੱਕ ਸੀਓ ਵਿੱਚ ਵੋਟ ਇਲੈਕਟ੍ਰੋਨਿਕਲੀ ਰਿਕਾਰਡ ਨਹੀਂ ਹੁੰਦੀ। ਅਜਿਹੇ ਮਾਮਲੇ ਵਿੱਚ ਚੋਣ ਵਾਲੇ ਦਿਨ ਵੀਵੀਪੈਟ ਬਦਲੇ ਜਾਣ ਤੋਂ ਬਾਅਦ ਉਸ ਆਖਰੀ ਵੋਟਰ ਜਿਸ ਦੀ ਪ੍ਰਿੰਟਡ ਪੇਪਰ ਸਲਿਪ ਕੱਟੀ ਨਹੀਂ ਗਈ ਨੂੰ ਉਸ ਦੀ ਵੋਟ ਪਾਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਵਰਤੋਂ ਵਿੱਚ ਲਿਆਂਦੇ ਗਏ ਹਰ ਵੀਵੀਪੈਟ ਦੇ ਡ੍ਰੌਪ ਬਾਕਸ ਵਿੱਚ ਸੈਲਫ ਟੈਸਟ ਰਿਪੋਰਟ ਦੀਆਂ ਕੁਝ ਪ੍ਰਿੰਟਡ ਪੇਪਰ ਸਲਿਪ ਹੋਣਗੀਆਂ। ਇਹਨਾਂ ਨੂੰ ਸੌਖਿਆਂ ਹੀ ਪਛਾਣਿਆ ਜਾ ਸਕਦਾ ਹੈ ਕਿਉਂ ਜੋ ਇਹਨਾਂ ਤੇ ਉਮੀਦਵਾਰ ਦੇ ਚੋਣ ਨਿਸ਼ਾਨ ਦਾ ਨਾਂ ਨਹੀਂ ਹੁੰਦਾ। ਇਹਨਾਂ ਪ੍ਰਿੰਟਡ ਪੇਪਰ ਸਲਿਪ ਨੂੰ ਉਹਨਾਂ ਪ੍ਰਿੰਟਡ ਪੇਪਰ ਸਲਿਪਸ ਦੇ ਨਾਲ ਹੀ ਰੱਖਿਆ ਜਾਵੇ ਜਿਨ੍ਹਾਂ ਤੇ ਉਮੀਦਵਾਰ ਦਾ ਨਾਂ ਅਤੇ ਚੋਣ ਨਿਸ਼ਾਨ ਹੋਵੇ ਪਰ ਉਹ ਗਿਣੇ ਨਹੀਂ ਜਾਣਗੇ। ਕਿਰਪਾ ਕਰਕੇ ਉਮੀਦਵਾਰਾਂ ਨਾਲ ਸੰਬੰਧਿਤ ਸਾਰੀਆਂ ਪ੍ਰਿੰਟਡ ਪੇਪਰ ਸਲਿਪਸ ਨੂੰ ਉਹਨਾਂ ਲਈ ਬਣਾਏ ਗਏ ਪਿਜਨ ਹੋਲ ਵਿੱਚ ਪਾਓ। ਇਸ ਪਿੱਛੋਂ ਹਰ ਉਮੀਦਵਾਰ ਅਤੇ ਨੋਟਾਂ ਨਾਲ ਸੰਬੰਧਿਤ ਸਲਿਪਸ ਦੇ 25-25 ਦੇ ਬੰਡਲ ਬਣਾਓ। ਫਿਰ ਕਾਊਂਟਿੰਗ ਸਟਾਫ ਵੱਲੋਂ ਇਹਨਾਂ ਦੀ ਗਿਣਤੀ ਕੀਤੀ ਜਾਵੇਗੀ। ਪ੍ਰਿੰਟਡ ਪੇਪਰ ਸਲਿਪ ਦੀ ਗਿਣਤੀ ਦਾ ਨਤੀਜਾ ਉੱਚੀ ਆਵਾਜ਼ ਵਿੱਚ ਐਲਾਨਿਆ ਜਾਵੇ। ਕਾਊਂਟਿੰਗ ਏਜੰਟਸ ਨੂੰ ਵੀ ਇਹ ਨਤੀਜਾ ਵਿਖਾਇਆ ਜਾਵੇ। ਜੇ ਸੀਓ ਅਤੇ ਪ੍ਰਿੰਟਡ ਪੇਪਰ ਸਲਿਪ ਦੀ ਗਿਣਤੀ ਵਿੱਚ ਫਰਕ ਹੋਵੇ ਤਾਂ ਰਿਜ਼ਲਟ ਨੂੰ ਪ੍ਰਿੰਟਡ ਪੇਪਰ ਸਲਿਪ ਅਨੁਸਾਰ ਸੋਧ ਲਓ। ਇਸ ਪਿੱਛੋਂ ਆਰਓ ਆਪਣੇ ਵੱਲੋਂ ਕੀਤੀਆਂ ਸੋਧਾਂ ਦਾ ਐਲਾਨ ਕਰੇਗਾ ਅਤੇ ਰਿਜ਼ਲਟ ਨੂੰ ਡਿਕਲੇਅਰ ਕਰੇਗਾ। ਵੀਵੀਪੈਟ ਲਈ ਕੁਝ ਜ਼ਰੂਰੀ ਸਾਵਧਾਨੀਆਂ। ਹਮੇਸ਼ਾ ਯਾਦ ਰੱਖੋ ਕਿ ਜੇ ਵੀਵੀਪੈਟ ਦੀ ਬੈਟਰੀ ਬਦਲਣ ਦੀ ਲੋੜ ਪਵੇ ਤਾਂ ਪਹਿਲਾਂ ਸੀਯੂ ਨੂੰ ਸਵਿਚ ਆਫ ਕਰ ਦਿਓ। ਹਮੇਸ਼ਾ ਯਾਦ ਰੱਖੋ ਕਿ ਜੇ ਵੀਵੀਪੈਟ ਯੂਨਿਟ ਬਦਲਣ ਦੀ ਲੋੜ ਪਵੇ ਤਾਂ ਪਹਿਲਾਂ ਸੀਯੂ ਨੂੰ ਸਵਿਚ ਆਫ ਕਰ ਦਿਓ। ਹਮੇਸ਼ਾ ਯਾਦ ਰੱਖੋ ਕਿ ਕਿਸੇ ਵੀ ਤਾਰ ਨੂੰ ਡਿਸਕਨੈਕਟ ਜਾਂ ਕਨੈਕਟ ਕਰਨ ਤੋਂ ਪਹਿਲਾਂ ਸੀਯੂ ਨੂੰ ਸਵਿਚ ਆਫ ਕਰ ਦਿਓ।